ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਬਾਬਾ ਦੀਪ ਸਿੰਘ ਜੀ, 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 ਧੰਨ ਧੰਨ ਬਾਬਾ ਦੀਪ ਸਿੰਘ ਜੀ। ਤਿੰਨ ਧੰਨ ਜਣੇ ਦੀ ਮਾਓ, ਤਿੰਨ ਧੰਨ ਜੜੇ ਦੀ ਮਾਂ। ਤਿੰਨ ਧੰਨ ਜਣੇ ਦੀ ਮਾਓ, ਤਿੰਨ ਧੰਨ ਜੜੇ ਦੀ ਮਾਂ। ਆਏ ਸਫਲ ਸੇ, ਸਫਲ ਸੇ, ਆਏ ਸਫਲ ਸੇ, ਆਏ ਸਫਲ ਸੇ। ਤਿੰਨ ਧੰਨ ਜਣੇ ਦੀ ਮਾਓ, ਤਿੰਨ ਧੰਨ ਜੜੇ ਦੀ ਮਾਂ। ਤਿੰਨ ਧੰਨ ਜਣੇ ਦੀ ਮਾਓ, ਤਿੰਨ ਧੰਨ ਜੜੇ ਦੀ ਮਾਂ। ਧੰਨ ਜਨਨੀ ਜਿਨ ਜਾਇਆ, ਧੰਨ ਜਨਨੀ ਜਿਨ ਜਾਇਆ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਸਤਿਕਾਰਯੋਗ ਮਾਤਾ ਜੀ ਮਾਤਾ ਜਿਉਣੀ ਜੀ ਸੀ। ਧੰਨ ਜਨਨੀ ਜਿਨ ਜਾਇਆ, ਧੰਨ ਜਨਨੀ ਜਿਨ ਜਾਇਆ। ਧੰਨ ਪਿਤਾ ਪ੍ਰਧਾਨ, ਧੰਨ ਪਿਤਾ ਪ੍ਰਧਾਨ। ਧੰਨ ਪਿਤਾ ਪ੍ਰਧਾਨ, ਧੰਨ ਪਿਤਾ ਪ੍ਰਧਾਨ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਿਤਾ ਜੀ ਬਾਬਾ ਜਗਤਾ ਜੀ। ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਤਿੰਨ ਧੰਨ ਜਣੇ ਦੀ ਮਾਓ, ਉਹ ਮਾਤਾ ਧੰਨ ਹੈ ਜਿਹੜੇ ਐਸੇ ਬੱਚਿਆਂ ਨੂੰ ਜਨਮ ਦਿੰਦੇ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਆਪ ਲੀਏ ਲੜ ਲਾਏ, ਆਪ ਲੀਏ ਲੜ ਲਾਏ। ਵਾਹਿਗੁਰੂ ਆਪ ਲੀਏ ਲੜ ਲਾਏ, ਆਪ ਲੀਏ ਲੜ ਲਾਏ। ਦਰ ਦਰਵੇਸ਼ ਸੇ,
हर दरवेश से हर दरवेश से तिन धन जने दी माओ तिन धन ਧਨ ਜਣੇ ਦੀ ਮਾਉ आए सफल से ਆਏ ਸਫਲ ਸੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਐਸੀ ਬਖਸ਼ੀ ਰੂਹ ਹੋਈ ਹੈ ਜਿਨ੍ਹਾਂ ਨੇ ਪ੍ਰਤੱਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕੀਤੇ ਹੈ, ਉਹਨਾਂ ਦੀ ਸੰਗਤ ਕੀਤੀ ਹੈ, ਉਹਨਾਂ ਦੀਆਂ ਅਸੀਸਾਂ ਲਿੱਤੀਆਂ, ਉਹਨਾਂ ਦੀ ਖੁਸ਼ੀਆਂ ਲਿੱਤੀਆਂ, ਉਹਨਾਂ ਦੀਆਂ ਬਖਸ਼ਿਸ਼ਾਂ ਲਿੱਤੀਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਵਿੱਤਰ ਸਰੂਪ ਉਹਨਾਂ ਨੇ ਆਪਣੇ ਹੱਥਾਂ ਨਾਲ ਲਿਖੇ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਰੂਪ 4 ਸਰੂਪ ਉਹਨਾਂ ਨੇ ਪੂਰੇ ਦੇ ਪੂਰੇ ਆਪਣੇ ਹੱਥਾਂ ਨਾਲ ਲਿਖੇ। ਤੇ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਅਰਥ ਕੀਤੇ ਸੀ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਅਰਥ ਕੀਤੇ ਸੀ, ਬਾਣੀ ਆਪ ਉਚਾਰਨ ਕਰਵਾਈ ਸੀ ਤੇ ਧੰਨ ਧੰਨ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖੀ ਸੀ। ਤੇ ਜਦੋਂ ਧੀਰਮਲੀਆਂ ਨੇ ਮਨਾ ਕਰਤਾ ਸੀ ਵੀ ਜੇ ਗੁਰੂ ਹੈਗੀ ਹੋ ਤੁਸੀਂ ਆਪੇ ਲਿਖ ਲਓ। ਹਾਂਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਸ ਸਮੇਂ ਧੀਰਮਲੀਆਂ ਕੋਲ ਸੀ। ਧੀਰਮਲ ਜੀ ਜਿਹੜੇ ਹੈਗੇ ਸੀ ਉਹ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਬੇਟੇ ਸੀ। ਧੀਰਮਲ ਜੀ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਬੇਟੇ ਸੀ। ਤੇ ਬਾਬਾ ਗੁਰਦਿੱਤਾ ਸਾਹਿਬ ਜੀ ਕੌਣ ਸੀ? ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਸਪੁੱਤਰ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਜਿਹੜੇ ਸੀ ਉਹ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਸੀ। ਬਾਬਾ ਗੁਰਦਿੱਤਾ ਜੋ ਦੀਨ ਦੁਨੀ ਦਾ ਟਿੱਕਾ, ਇਹ ਲਿਖਿਆ ਜੀ ਉੱਥੇ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ। ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸੀ ਤੇ ਇਹਨਾਂ ਦੇ 2 ਬੇਟੇ ਹੋਏ। ਇੱਕ ਉਹਨਾਂ ਵਿੱਚੋਂ ਧੀਰਮਲ ਸੀ ਤੇ ਦੂਜੇ ਧੰਨ ਧੰਨ ਸ੍ਰੀ ਹਰਿਰਾਏ ਸਾਹਿਬ ਜੀ ਸੀ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਆਪਣੇ ਤੋਂ ਬਾਅਦ ਧੰਨ ਧੰਨ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਯਾਨੀ ਕਿ ਆਪਣੇ ਪੋਤਰੇ ਨੂੰ ਦਿੱਤੀ ਸੀ। ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕੀਤੇ ਸੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸੁਣੇ ਸੀ ਸਾਰੇ ਅਰਥ। ਤੇ ਹੁਕਮ ਹੋਇਆ ਸੀ ਗੁਰੂ ਸਾਹਿਬ ਵੱਲੋਂ ਇਹਨਾਂ ਨੂੰ ਆਪ ਲਈ ਲੜ ਲਾਏ, ਹੁਕਮ ਹੋਇਆ ਇਹਨਾਂ ਨੂੰ ਬਈ ਤੁਸੀਂ ਆਪਣੀ ਟਕਸਾਲ ਚਲਾਓ। ਤੇ ਦਮਦਮੀ ਟਕਸਾਲ ਜਿਹੜੀ ਹੈ ਇਸ ਦੇ ਸਭ ਤੋਂ ਪਹਿਲੇ ਮੁਖੀ ਜਿਹੜੇ ਹੋਏ ਨੇ ਉਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਆਪ ਲੀਏ ਲੜ ਲਾਈ, ਆਪ ਲੀਏ ਲੜ ਲਾਈ, ਦਾਰ ਦਰਵੇਸ਼ ਸੀ, ਦਾਰ ਦਰਵੇਸ਼ ਸੇ, ਤਿਨ ਧਨ ਜਣੇ ਦੀ ਮਾਓ, ਤਿਨ ਧਨ ਜਣੇ
आए सफल से ਸ਼੍ਰੀ ਦਮਦਮਾ ਸਾਹਿਬ ਜਦੋਂ ਧੰਨ ਧੰਨ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਪਤਾ ਚੱਲਿਆ ਵੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਬੇਦਬੀ ਹੋ ਰਹੀ ਹੈ ਤੇ ਉਹਨਾਂ ਨੇ ਫਿਰ ਸਭ ਨੂੰ ਸੱਦਾ ਦਿੱਤਾ ਤੇ ਕਿਹਾ ਹੁਣ ਇਕੱਠੇ ਹੋ ਕੇ ਚੱਲੀਏ ਤੇ ਇਸ ਬੇਦਬੀ ਨੂੰ ਰੋਕੀਏ। ਤਾਂ ਫਿਰ ਜੱਥਾ ਤਿਆਰ ਹੋਇਆ ਸੀ ਤੇ ਧੰਨ ਧੰਨ ਬਾਬਾ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਗਵਾਈ ਵਿੱਚ ਕਹਿੰਦੇ ਬਾਬਾ ਜੀ ਨੇ ਇੱਕ ਲਕੀਰ ਖਿੱਚੀ ਸੀ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇੱਕ ਲਕੀਰ ਖਿੱਚੀ ਸੀ ਤੇ ਜਿਹੜੇ ਨਾਲ ਸੀ ਉਹਨਾਂ ਨੂੰ ਕਿਹਾ ਸੀ ਵੀ ਜਿਹਨੇ ਸ਼ਹੀਦ ਹੋਣਾ ਨਾ, ਜਿਹਨੇ ਧੰਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਸਥਾਨ ਵਾਸਤੇ ਸ਼ਹੀਦ ਹੋਣਾ, ਉਹ ਇਸ ਲਕੀਰ ਨੂੰ ਟੱਪ ਜਾਏ ਤੇ ਬਾਕੀ ਇੱਥੇ ਹੀ ਰਹਿ ਜਾਣ। ਤੇ ਉਹ ਜਿੰਨੇ ਸੀ ਉਹ ਸਾਰੇ ਦੇ ਸਾਰੇ ਨਾਲ ਸੀ ਤੇ ਇਹਨਾਂ ਦੇ ਨਾਲ ਇਹਨਾਂ ਦੇ ਮਾਸੀ ਦੇ ਪੁੱਤਰ ਸੀ, ਇਹ ਨਾਲ ਹੀ ਬਚਪਨ ਵਿੱਚ ਹੀ ਨਾਲ ਗਏ ਸੀ ਧੰਨ ਧੰਨ ਬਾਬਾ ਜੀ ਬਾਬਾ ਨੌਦ ਸਿੰਘ ਸਾਹਿਬ ਜੀ। ਇਹਨਾਂ ਦਾ ਸਥਾਨ ਬਣਿਆ ਹੋਇਆ ਜੀ ਰਸਤੇ ਵਿੱਚ, ਸ਼੍ਰੀ ਤਰਨਤਾਰਨ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਓਗੇ ਤੇ ਰਸਤੇ ਵਿੱਚ ਸਥਾਨ ਬਣਿਆ ਸ਼ਹੀਦੀ ਅਸਥਾਨ। ਤੇ ਬਾਬਾ ਜੀ ਨੇ ਇੱਕ ਪ੍ਰਣ ਕੀਤਾ ਸੀ ਜੀ, ਬਾਬਾ ਜੀ ਨੇ ਪ੍ਰਣ ਕੀਤਾ ਸੀ ਬਈ ਜੇ ਸਰੀਰ ਛੱਡਣਾ ਹੈ, ਜੇ ਸਿਰ ਦੇਣਾ ਤੇ ਸ਼੍ਰੀ ਹਰਿਮੰਦਰ ਸਾਹਿਬ ਪਹੁੰਚ ਗਈ ਦੇ। ਤੇ ਰਸਤੇ ਵਿੱਚ ਹੀ 2 ਕੋ ਅਜੇ ਰਸਤਾ ਰਹਿੰਦਾ ਸੀ ਤੇ 2 ਜਰਨੈਲ ਸੀ, ਇੱਕ ਤਰਫ ਬਾਬਾ ਜੀ ਸੀ, ਇੱਕ ਤਰਫ ਇੱਕ ਹੋਰ ਜਰਨੈਲ ਸੀ ਅਮਾਨ ਖਾਨ ਸ਼ਾਇਦ ਉਹਦਾ ਨਾਮ ਸੀ। ਤੇ ਉਧਰੋਂ ਉਹਨੇ ਵਾਰ ਕੀਤਾ, ਇੱਧਰ ਬਾਬਾ ਜੀ ਨੇ ਵਾਰ ਕੀਤਾ, ਉਧਰੋਂ ਉਹਦੀ ਗਰਦਨ ਲੈ ਗਈ, ਇੱਧਰੋਂ ਇਹਨਾਂ ਦੀ ਗਰਦਨ ਲੈ ਗਈ। ਤੇ ਨਾਲ ਫਿਰ ਜਿਹੜਾ ਕਿਸੇ ਸਿੱਖ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਆਪ ਜੀ ਨੇ ਪ੍ਰਣ ਕੀਤਾ ਸੀ ਵੀ ਸਿਰ ਜਿਹੜਾ ਹੈ ਉਹ ਅਗਰ ਦੇਣਾ ਤੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਹੀ ਜਾ ਕੇ ਦੇਣਾ। ਤੇ ਜਦੋਂ ਬਾਬਾ ਜੀ ਨੇ ਇਹ ਸੁਣਿਆ ਤੇ ਬਾਬਾ ਜੀ ਉੱਠ ਗਏ ਸੀ ਤੇ ਉਸੇ ਹਾਲਤ ਵਿੱਚ, ਕੱਟੇ ਸਿਰ ਦੀ ਹਾਲਤ ਵਿੱਚ, ਹੁਣ ਉਹ ਦੂਜਾ ਉੱਤੇ ਢਹਿ ਗਿਆ ਸੀ, ਕੱਟੇ ਸਿਰ ਦੀ ਹਾਲਤ ਵਿੱਚ 2 ਕੋ ਬਾਬਾ ਜੀ ਖੰਡਾ ਖੜਕਾਉਂਦੇ ਤੇ ਸ੍ਰੀ ਦਰਬਾਰ ਸਾਹਿਬ ਪੁੱਜੇ ਤੇ ਉੱਥੇ ਆ ਕੇ ਉਹਨਾਂ ਨੇ ਆਪਣੇ ਪ੍ਰਾਣ ਦਿੱਤੇ। ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਸਥਾਨ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ। ਧੰਨ ਗੁਰੂ ਰਾਮਦਾਸ ਜੀ ਦੀ ਗੋਦ ਵਿੱਚ ਉਹਨਾਂ ਨੇ ਆ ਕੇ ਆਪਣਾ ਸੀਸ ਦਿੱਤਾ ਤੇ ਗੁਰਮੁਖਾਂ ਨੇ ਦੱਸਿਆ ਵੀ ਕਹਿੰਦੇ ਪੂਰਾ ਨਹੀਂ ਹੋਇਆ। ਕਹਿੰਦੇ ਤੁਸੀਂ ਦੇਖੋਗੇ ਕਿ ਸ੍ਰੀ ਦਰਬਾਰ ਸਾਹਿਬ ਦੇ ਖੱਬੇ ਵਾਲੇ ਪਾਸੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਥਾਨ ਹੈ। ਕਹਿੰਦੇ ਉੱਥੇ ਪੂਰਾ ਨਹੀਂ ਪਹੁੰਚੇ, ਕਹਿੰਦੇ ਪੂਰਾ ਇਸ ਕਰਕੇ ਨਹੀਂ ਪਹੁੰਚੇ ਕਿ ਜਿੱਥੇ ਤੱਕ ਪਹੁੰਚੇ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਉਹਨਾਂ ਨੂੰ ਅੱਗੇ ਤੱਕ ਲੈਣ ਆਏ ਸੀ। ਹਾਂਜੀ, ਇਹ ਗੁਰਮੁਖਾਂ ਦੇ ਬਚਨ। 3 ਧਨ ਜਣੇ ਦੀ ਮਾਓ ਆਏ ਸਫਲ ਸੇ। ਉਹਨਾਂ ਨੇ ਪੰਕਤੀਆਂ ਨੂੰ ਸਕਾਰਤਾ ਕੀਤਾ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ। ਬ੍ਰਹਮ ਮੈਂ ਜਨ, ਇਹਦਾ ਮਤਲਬ ਹੈ ਵੀ ਜਿਹੜਾ ਸਾਰਾ ਸੰਸਾਰ ਹੀ ਹੈ ਨਾ, ਇਹ ਸਾਰਾ ਰੱਬ ਦੇ ਅੰਦਰ ਹੀ, ਰੱਬ ਹੀ ਹੈ ਸਾਰਾ। ਇਹ ਜਗਤ ਸਾਰਾ ਇਹ ਪਰਮਾਤਮਾ ਹੀ ਸਰੂਪ ਹੀ ਹੈ ਸਾਰਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸਭ ਚਾरों तरफ परमात्मा है ना। हर जल थल मैयल भरपूर, दूजा ना ही कोई। हर किथे है जल
थल महियल भरपूर। महियल ये सारा आकाश सारा, धरती का तल, दूजा ना ही कोई। जल थल महियल पूरिया, कौन? स्वामी सिरजनहार, अनेक भांत होए पसरिया। ਇਹਦਾ मतलब है सब पासे ब्रह्म है, सब पासे ब्रह्म है। ਤੇ ਲੇਕਿਨ ਇਹਨੂੰ ਸਮਝਦਾ ਕੌਣ ਹੈ? ਇਹਨੂੰ ਸਮਝਦਾ ਸਿਰਫ ਜਨ ਹੈ। ਪਰਮਾਤਮਾ ਦਾ ਜਿਹੜਾ ਜਨ ਹੈ ਨਾ, ਉਹ ਇਸ ਗੱਲ ਨੂੰ ਸਮਝਦਾ, ਬਾਕੀ ਨਹੀਂ ਸਮਝਦੇ। ਇਹਨੂੰ ਕਿਹਾ ਬ੍ਰਹਮ ਮੈਂ ਜਨ। ਤੇ ਜਿਨ੍ਹਾਂ ਨੇ ਸਮਝਿਆ ਉਹਨਾਂ ਵਿੱਚੋਂ ਬ੍ਰਹਮ ਪ੍ਰਗਟ ਹੋਇਆ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ। ਇਹ ਜਿਨ੍ਹਾਂ ਵਿੱਚੋਂ ਪ੍ਰਗਟ ਹੋਇਆ ਉਹਨਾਂ ਵਿੱਚੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੱਕ ਸੀ। ਹੁਣ ਅਸੀਂ ਦੇਖਦੇ ਹਾਂ ਸ਼ਹੀਦਾਂ ਦਾ ਸਥਾਨ ਬਣਿਆ ਹੋਇਆ ਜੀ, ਸ਼ਹੀਦਗੰਜ, ਸ੍ਰੀ ਅੰਮ੍ਰਿਤਸਰ ਸਾਹਿਬ। ਬਾਹਰ ਲਿਖਿਆ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ। ਅੰਦਰ ਕੌਣ ਨੇ? ਅੰਦਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬ੍ਰਹਮ ਮੈਂ ਜਨ, ਜਨ ਮੈਂ। ਬਾਹਰ ਅਸਥਾਨ ਜਿਹੜਾ ਹੈ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਦਾ। ਅੰਦਰ ਕੌਣ ਹੈ? ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਬਾਣੀ ਕਹਿੰਦੀ ਹੈ ਇਹ ਜਿਹੜੇ ਜਨ ਹੁੰਦੇ ਨੇ ਨਾ, ਇਹਨਾਂ ਨਾਲ ਪਾਰ ਬ੍ਰਹਮ ਦਾ ਪਤਾ ਚੱਲਦਾ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ। ਜਿਨ੍ਹਾਂ ਜਨਾਂ ਵਿੱਚ ਪਾਰ ਬ੍ਰਹਮ ਜੀ ਪ੍ਰਗਟ ਹੁੰਦੇ ਨੇ ਤਾਂ ਰੱਬ ਦਾ ਪਤਾ ਚੱਲਦਾ, ਨਹੀਂ ਤੇ ਰੱਬ ਤੇ ਛੁਪਿਆ ਹੋਇਆ। ਜਲ ਥਲ ਮਈਲ ਪੂਰਿਆ ਤੇ ਅਸੀਂ ਕਿਹਾ, ਲੇਕਿਨ ਅਸੀਂ ਇਹ ਵੀ ਜਾਣਦੇ ਹਾਂ, ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਜਲ ਥਲ ਮਈਲ ਗੁਪਤੋ ਵਰਤ। ਉਹ ਗੁਪਤ ਹੈ, ਉਹ ਹਰ ਇੱਕ ਨੂੰ ਨਹੀਂ ਦਿਸਦਾ, ਉਹ ਆਪਣੇ ਪਿਆਰਿਆਂ ਨੂੰ ਦਿਸਦਾ। ਬਸ ਉਹਦੇ ਪਿਆਰੇ ਉਸ ਨੂੰ ਦੇਖਦੇ ਤੇ ਆਨੰਦ ਵਿੱਚ ਹੁੰਦੇ। ਜਲ ਥਲ ਮਈਲ ਗੁਪਤੋ ਵਰਤ ਹੈ। ਤੇ ਫਿਰ ਗੁਪਤ ਜਿਹੜਾ ਹੈ ਉਸ ਨੂੰ ਦੇਖੀਏ ਕਿਸ ਤਰ੍ਹਾਂ? ਕਹਿੰਦੇ ਗੁਰ ਸ਼ਬਦੀ ਦੇਖ, ਗੁਰੂ ਦੇ ਸ਼ਬਦ ਤੇ ਭਰੋਸਾ ਕਰ, ਗੁਰੂ ਦੇ ਸ਼ਬਦ ਦੀ ਕਮਾਈ ਕਰ, ਤੇ ਫਿਰ ਦੇਖਣਾ ਸ਼ੁਰੂ ਕਰ ਦੇ। ਗੁਰੂ ਨਜ਼ਰ ਦੇਗਾ, ਤੈਨੂੰ ਦੇਖਣਾ ਸ਼ੁਰੂ ਹੋ ਜਾਏਗਾ। ਬਾਣੀ ਜਾਂਦਾ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਦੇਖੋ, ਜਿਹਨੂੰ ਰੱਬ ਦਿਸਦਾ ਨਹੀਂ ਉਹ ਅੰਨਾ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ। ਕਹਿੰਦੇ ਜਿਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਨਾ, ਉਹਨਾਂ ਨੂੰ ਅੰਧੇ ਨਹੀਂ ਕਹਿਣਾ ਚਾਹੀਦਾ। ਜਿਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਨਾ, ਪਿੱਛੋਂ ਉਹਨਾਂ ਦੀ ਨਜ਼ਰ ਨਹੀਂ ਹੈਗੀ, ਉਹਨਾਂ ਨੂੰ ਅੰਧੇ ਨਹੀਂ ਕਹਿਣਾ ਚਾਹੀਦਾ। ਅੰਧੇ ਸਹੀ ਨਾਨਕਾ ਖਸਮੋ ਘੁੱਠੇ ਜਾਏ। ਜਿਨ੍ਹਾਂ ਨੂੰ ਖਸਮ ਨਹੀਂ ਦਿਸਦਾ ਉਹਨਾਂ ਨੂੰ ਕਹਿਣਾ ਚਾਹੀਦਾ ਅੰਨੇ। ਦੇਖੋ, ਤੇ ਫਿਰ ਸਾਨੂੰ ਤੇ ਖਸਮ ਦਿਸਦਾ ਨਹੀਂ, ਸਾਨੂੰ ਤੇ ਰੱਬ ਦਿਸਦਾ ਨਹੀਂ। ਉਹਦੀ ਕੀ ਕਾਰਨ ਹੈ? ਉਹਦਾ ਇਹ ਕਾਰਨ ਹੈ ਕਿ ਸਾਨੂੰ ਸੰਸਾਰ ਦਿਸਦਾ। ਉਸਦਾ ਇਹ ਕਾਰਨ ਹੈ ਸਾਨੂੰ ਸੰਸਾਰ ਦਿਸਦਾ, ਤੇ ਸਾਨੂੰ ਚੰਗਾ ਬੜਾ ਲੱਗਦਾ ਸੰਸਾਰ। ਸਾਨੂੰ ਦੇਖਣਾ ਚੰਗਾ ਬੜਾ ਲੱਗਦਾ, ਸਦਾ ਦਿਲ ਕਰਦਾ ਹੋਰ ਦੇਖੀਏ। ਬੰਦਾ ਕਹਿੰਦਾ ਤੂੰ ਇਹ ਜਗ੍ਹਾ ਦੇਖੀ ਹੈ? ਮੈਂ ਨਹੀਂ ਦੇਖੀ। ਕਮਾਲ ਦੀ ਜਗ੍ਹਾ। ਜਾਂ ਦੇਖਾਂ ਤਾਂ ਭੁੱਖ ਦੇਖ, ਜਿੰਨਾ ਦੇਖਦੇ ਆ ਉਨੀ ਹੋਰ ਭੁੱਖ ਵੱਧਦੀ ਹੈ ਤੇ ਦਿਲ ਕਰਦਾ ਅੱਖਾਂ ਬੰਦ ਨਹੀਂ ਕਰਨੀਆਂ, ਹੋਰ ਦੇਖਣਾ, ਹੋਰ ਦੇਖਣਾ, ਹੋਰ ਦੇਖਣਾ। ਜਦੋਂ ਕੋਈ ਸੰਸਾਰ ਵੱਲੋਂ ਅੰਨਾ ਹੋ ਜਾਏਗਾ ਤੇ ਫਿਰ ਮੇਰੇ ਖਿਆਲ ਨਿਰੰਕਾਰ ਵੱਲੋਂ ਅੱਖਾਂ ਖੁੱਲ ਜਾਣਗੀਆਂ। ਤੇ ਜਦ ਤੱਕ ਸੰਸਾਰ ਵਿੱਚ ਦੇਖਣ ਵਿੱਚ ਰਸ ਆ ਰਿਹਾ, ਤਦ ਤੱਕ ਨਿਰੰਕਾਰ ਨਹੀਂ ਦਿਸੇ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, रस मीठा, रस मास, इते रस शरीर के।
ਕਹਿ ਘਟ ਨਾਮ ਨਿਵਾਸ। ਨਾਮ ਕਿੱਥੇ, ਬ੍ਰਹਮ ਕਿੱਥੇ ਹੈ, ਪਾਰ ਬ੍ਰਹਮ ਕਿੱਥੇ? ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਰੱਬ ਉਹਨਾਂ ਵਿੱਚੋਂ ਪ੍ਰਗਟ ਹੁੰਦਾ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਦਾਤਾ। ਸੌਤ ਦਾ ਮਤਲਬ ਹੈ ਬੱਚਿਆਂ ਵਾਲਾ, ਪੁੱਤਰਾਂ ਵਾਲਾ। ਰੱਬ ਵੀ ਪੁੱਤਰਾਂ ਵਾਲਾ ਹੈ। ਔਰ ਰੱਬ ਇਹ ਐਸੇ ਰੱਬ ਦੇ ਬੱਚੇ ਹੁੰਦੇ ਜਿਨ੍ਹਾਂ ਨੂੰ ਦੇਖ ਕੇ ਰੱਬ ਚੇਤੇ ਆਉਂਦਾ, ਜਿਹੜੇ ਰੱਬ ਤੱਕ ਪਹੁੰਚਾਉਣ ਵਿੱਚ ਸਹਾਇਕ ਹੁੰਦੇ ਨੇ, ਜਿਹੜੇ ਰੱਬ ਦੀਆਂ ਗੱਲਾਂ ਦੱਸਦੇ ਨੇ, ਜਿਹੜੇ ਰੱਬ ਦੇ ਨੇੜੇ ਲੈ ਕੇ ਜਾਂਦੇ ਨੇ, ਉਹ ਰੱਬ ਦੇ ਬੱਚੇ ਨੇ। ਜਿਨ੍ਹਾਂ ਵਿੱਚੋਂ ਰੱਬ ਬੋਲਦਾ ਉਹ ਰੱਬ ਦੇ ਬੱਚੇ। ਉਹਨਾਂ ਦਾ ਆਇਆ ਸਫਲ ਹੈ, ਉਹਨਾਂ ਦਾ ਜਨਮ ਸਫਲ ਹੈ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਜਿਨ੍ਹਾਂ ਨੇ ਵਿਧਾਤੇ ਨੂੰ, ਰੱਬ ਨੂੰ, ਪਾਰ ਬ੍ਰਹਮ ਪਰਮੇਸ਼ਰ ਜੀ ਨੂੰ ਸੌਤਰਾ ਕੀਤਾ ਹੈ, ਪੁੱਤਰਾਂ ਵਾਲਾ ਕੀਤਾ ਹੈ। ਉਹਨਾਂ ਕਰਕੇ ਰੱਬ ਦੀ ਕੁਝ ਹੋਂਦ ਪਤਾ ਚੱਲਦੀ ਹੈ, ਵਰਨਾ ਨਹੀਂ ਪਤਾ ਚੱਲਦੀ। ਤੁਸੀਂ ਦੇਖੋ ਸਾਰੇ ਭੁਲਾਈ ਬੈਠੇ ਆ, ਕੋਈ ਵਿਰਲਾ ਹੈ ਜਿਹੜਾ ਆਪ ਵੀ ਚੇਤੇ ਕਰ ਰਿਹਾ ਤੇ ਦੂਜੇ ਨੂੰ ਵੀ ਚੇਤੇ ਕਰਾ ਰਿਹਾ, ਨਹੀਂ ਤੇ ਸਭ ਭੁਲਾਈ ਬੈਠੇ। ਇੱਕ ਭੁੱਲਿਆ ਦੂਜੇ ਭੁੱਲੇ ਨੂੰ ਮਿਲਦਾ ਤੇ ਦੋਨੋਂ ਇੱਕ ਦੂਜੇ ਨੂੰ ਭੁਲਾਉਣ ਵਿੱਚ ਲੱਗਦੇ। ਤੁਸੀਂ ਦੇਖ ਲਓ, ਇੱਕ ਰੱਬ ਵੱਲੋਂ ਭੁੱਲਿਆ ਜੀ, ਦੂਜਾ ਵੀ ਭੁੱਲਿਆ, ਦੋਨੋਂ ਆਪਸ ਵਿੱਚ ਮਿਲਦੇ ਤੇ ਭੁੱਲੇ ਹੀ ਹੁੰਦੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਿੱਖਾ ਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ, ਗੁਰਦੇਵ ਦਾਤਾ ਹਰਨਾਮ ਉਪਦੇਸ਼ੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤਿਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਪਰੰਪਰਾ, ਗੁਰਦੇਵ ਕਰਤਾ ਸਪਾ ਭਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆ ਜੁਗਾ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਰਾ। ਸੰਜ ਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ, ਦਿਵ ਸਰਾਧ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗੇ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿ ਸ਼੍ਰੀ ਅਕਾਲ। ਗੁਰੂ ਜੀ ਕਾ ਧਿਆਨ ਧਰ ਕੇ ਬੋਲਣਾ ਜੀ, ਸ਼੍ਰੀ ਵਾਹਿਗੁਰੂ ਜੀ ਬੋਲਣਾ ਜੀ, ਸ਼੍ਰੀ ਵਾਹਿਗੁਰੂ ਸ਼੍ਰੀ ਵਾਹਿਗੁਰੂ ਜੀ ਬੋਲਣਾ ਜੀ, ਸ਼੍ਰੀ ਵਾਹਿਗੁਰੂ ਸ਼੍ਰੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ, ਧੰਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਸ਼ੁਕਰ ਹੈ ਆਪ ਜੀ ਦਾ, ਵਾਹਿਗੁਰੂ ਜੀ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਆਪ ਜੀ ਨੇ ਕਿਰਪਾ ਕਰਕੇ ਬੁਲਾਇਆ ਬਿਠਾਇਆ। ਧੰਨ ਤਾਂ ਸ਼੍ਰੀ ਹਰਿਰਾਏ ਸਾਹਿਬ ਜੀ ਮਹਾਰਾਜ, ਬਖਸ਼ ਲਓ ਸੱਚੇ ਪਾਤਸ਼ਾਹ। ਅਣਜਾਣ ਬੱਚੇ ਕਲਯੁਗੀ ਜੀਵ ਬਾਣੀ ਪੜ੍ਹਨੀ, ਪਾਠ ਕਰਨਾ, ਸਿਮਰਨ ਕਰਨਾ, ਵਿਚਾਰ ਕਰਨੀ ਨਹੀਂ ਜਾਣਦੇ ਸੱਚੇ ਪਾਤਸ਼ਾਹ ਜੀ। ਆਪ ਜੀ ਕਿਰਪਾ ਕਰੋ, ਕਿਰਪਾ ਕਰੋ। ਜਿੰਨੇ ਆਏ ਆ ਸਾਰਿਆਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖੋ, ਸਾਰਿਆਂ ਦੀ ਬਖਸ਼ਿਸ਼ ਕਰੋ, ਰਹਿਮਤ ਕਰੋ, ਭੁੱਲਾਂ ਬਖਸ਼ੋ, ਸਾਡੇ ਔਗੁਣ ਨਾ ਚਿਤਾਰੋ ਸੱਚੇ ਪਾਤਸ਼ਾਹ। ਕਿਰਪਾ ਕਰਨੀ, ਰਹਿਮਤ ਕਰਨੀ ਸੱਚੇ ਪਾਤਸ਼ਾਹ। ਬਖਸ਼ਾ ਭਰਿਆ ਮਿਹਰ ਭਰਿਆ ਹੱਥ ਸਦਾ ਲਈ ਬਣਾਈ ਰੱਖੋ, ਸੰਗਤ ਬਖਸ਼ੀ ਰੱਖੋ, ਸੇਵਾ ਬਖਸ਼ੀ ਰੱਖੋ, ਆਦੀਆਂ ਵਿਆਦੀਆਂ ਉਪਾਧੀਆਂ ਤੋਂ ਆਪ ਤਰਸ ਕਰਕੇ ਬਚਾ ਕੇ ਰੱਖੋ। ਬਿਗਨ ਨਾ ਕੋ ਲਾਗਤਾ ਗੁਰ ਪੈ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਸੱਚੇ ਪਾਤਸ਼ਾਹ ਬੱਚੇ ਜੁੜਦੇ ਰਹਿਣ, ਬਾਣੀ ਪੜ੍ਹਦੇ ਰਹਿਣ, ਸਿਮਰਨ ਕਰਦੇ ਰਹਿਣ, ਸੰਗਤ ਕਰਦੇ ਰਹਿਣ ਸੱਚੇ ਪਾਤਸ਼ਾਹ ਜੀ। ਬਿਗਨਾਂ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਜੀ। ਸੰਗਤ ਮਿਲਦੀ ਰਹੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਐਸੀ ਸੰਗਤ ਬਖਸ਼ੀ ਰੱਖਣਾ ਸੱਚੇ ਪਾਤਸ਼ਾਹ ਜੀ। ਭੁੱਲਾਂ ਬਖਸ਼ਣੀਆਂ, ਰੋਗੀਆਂ ਦੇ ਰੋਗ ਕੱਟਣੇ ਸੱਚੇ ਪਾਤਸ਼ਾਹ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ। ਸਾਰਿਆਂ ਨੂੰ ਨਾਮ ਨਾਲ ਜੋੜੋ, ਸਾਰਿਆਂ ਨੂੰ ਬਾਣੀ ਨਾਲ ਜੋੜੋ, ਗੁਰਸਿੱਖੀ ਜੀਵਨ ਬਖਸ਼ੋ। ਜਿਸ ਤਰ੍ਹਾਂ ਬਣਾਉਣਾ ਚਾਹੁੰਦੇ ਸੱਚੇ ਪਾਤਸ਼ਾਹ ਬਣਾਓ ਸੱਚੇ ਪਾਤਸ਼ਾਹ। ਭੁੱਲਾਂ ਬਖਸ਼ਣੀਆਂ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ,
ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।